ਗਿਆਨੀ ਸੋਹਣ ਸਿੰਘ ਅਤੇ ਉੱਘੇ ਸਮਾਜ ਸੇਵੀ ਕਰਮਜੀਤ ਸਿੰਘ ਗਰੇਵਾਲ ਦੇ ਗ੍ਰਹਿ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਵਿੱਚ ਵਿਦੇਸ਼ੋਂ ਵਿਸ਼ੇਸ਼ ਦੌਰੇ ਤੇ ਪਿੰਡ ਖਾਸੀ ਕਲਾਂ ਵਿਖੇ ਆਏ ਉਹਨਾਂ ਦੇ ਸੁਪੁੱਤਰਾਂ ਦਵਿੰਦਰ ਸਿੰਘ ਗਰੇਵਾਲ ਅਤੇ ਅਮਰਿੰਦਰ ਸਿੰਘ ਗਰੇਵਾਲ ਨੇ ਸੰਤ ਸਮਾਜ ਹਲਕਾ ਸਾਨੇਵਾਲ ਦੇ ਸਮੂਹ ਪੱਤਰਕਾਰ ਭਾਈਚਾਰੇ ਅਤੇ ਪਿੰਡ ਦੇ ਮਿਹਨਤਕਸ਼ ਲੋਕਾਂ ਨੂੰ ਗਰਮ ਲੋਈਆਂ ਅਤੇ ਕੰਬਲਾਂ ਨਾਲ ਸਨਮਾਨਿਤ ਕੀਤਾ। ਅਖੰਡ ਪਾਠ ਦੌਰਾਨ ਬਾਬਾ ਕਾਕਾ ਸਿੰਘ ਜੀ ਮੌਜੂਦਾ ਮੁਖੀ ਗੁਰੂ ਕਾਂਸ਼ੀ ਬੁੰਗਾ ਮਸਤੂਆਣਾ ਦਮਦਮਾ ਸਾਹਿਬ ਅਤੇ ਗਿਆਨੀ ਹਰਦੀਪ ਸਿੰਘ ਜੀ ਸ਼ਾਸਤਰੀ ਦਮਦਮੀ ਟਕਸਾਲ ਸ਼੍ਰੀ ਅਨੰਦਪੁਰ ਸਾਹਿਬ ਨੇ ਸੰਗਤ ਨੂੰ ਕਥਾ ਵਿਚਾਰ ਰਾਹੀਂ ਅਤੇ ਭਾਈ ਮਲਕੀਤ ਸਿੰਘ ਜੀ ਨੇ ਦੀਵਾਨ ਸਜਾ ਕੇ ਵਾਹਿਗੁਰੂ ਦੇ ਚਰਨਾਂ ਨਾਲ ਜੋੜਿਆ। ਧਾਰਮਿਕ ਸਮਾਗਮ 'ਚ ਪੁੱਜੇ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਪਰਿਵਾਰ ਵੱਲੋਂ ਕਰਵਾਏ ਅਖੰਡ ਪਾਠ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਗਰੇਵਾਲ ਪਰਿਵਾਰ ਵੱਲੋਂ ਕੀਤੇ ਜਾਂਦੇ ਸਮਾਜ ਸੇਵਾ ਦੇ ਕਾਰਜਾਂ ਉੱਤੇ ਚਾਨਣਾ ਪਾਇਆ। ਸਰਦਾਰ ਦਵਿੰਦਰ ਸਿੰਘ ਗਰੇਵਾਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਫਖਰ ਹੈ ਕਿ ਉਹਨਾਂ ਦੇ ਪਿਤਾ ਸਰਦਾਰ ਕਰਮਜੀਤ ਸਿੰਘ ਗਰੇਵਾਲ ਅਤੇ ਦਾਦਾ ਗਿਆਨੀ ਸੋਹਣ ਸਿੰਘ ਜੀ ਸਮਾਜ ਸੇਵੀਆਂ ਵਜੋਂ ਜਾਣੇ ਜਾਂਦੇ ਹਨ। ਜਿਸ ਪ੍ਰਕਾਰ ਉਹਨਾਂ ਦਾ ਪਰਿਵਾਰ ਇੱਥੇ ਸਮਾਜ ਸੇਵਾ ਨਾਲ ਜੁੜਿਆ ਹੈ, ਉਸੇ ਪ੍ਰਕਾਰ ਉਹ ਵੀ ਵਿਦੇਸ਼ ਵਿੱਚ ਅਜਿਹੇ ਸੇਵਾ ਦੇ ਕਾਰਜ ਕਰਦੇ ਰਹਿੰਦੇ ਹਨ। ਉਹਨਾਂ ਵਿਧਾਇਕ ਢਿੱਲੋਂ ਦੀ ਮੌਜੂਦਗੀ ਖੁਦ ਦੇ ਪੰਜਾਬ ਦੇ ਹਲਕਾ ਸਾਹਨੇਵਾਲ ਚੋਂ ਚੋਣ ਲੜਨ ਦੀਆਂ ਚਰਚਾਵਾਂ ਬਾਰੇ ਕਿਹਾ ਕਿ ਅਜੇ ਸਾਡੇ ਕੋਲ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਜਿਹੇ ਲੋਕ ਆਗੂ ਹਨ, ਇਸ ਲਈ ਅੱਗੇ ਵੀ ਉਹਨਾਂ ਨੂੰ ਹੀ ਅਜਿਹੀਆਂ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਰਹਿਣਗੀਆਂ। ਪਰ ਬਾਅਦ ਵਿੱਚ ਗੈਰ ਰਸਮੀ ਮੁਲਾਕਾਤ ਦੌਰਾਨ ਉਹਨਾਂ ਆਪਣੇ ਦਿਲ ਦੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਉਹ ਸਿਆਸਤ 'ਚ ਆਏ ਤਾਂ ਉਹਨਾਂ ਦਾ ਮਨੋਰਥ ਕਮਾਈ ਕਰਨਾ ਨਹੀਂ ਬਲਕਿ ਸੇਵਾ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਕਮਾਈ ਤਾਂ ਆਪਣੇ ਕੰਮਾਂ ਤੋਂ ਵਿਦੇਸ਼ਾਂ ਅਤੇ ਇੱਥੇ ਵੀ ਕਰੀ ਜਾਂਦੇ ਹਾਂ, ਪਰ ਲੋਕ ਸਿਆਸਤ ਨੂੰ ਸੇਵਾ ਭਾਵਨਾ ਨਾਲ ਹੀ ਅਪਣਾਉਣ। ਉਹਨਾਂ ਕਿਹਾ ਕਿ ਬੜਾ ਦੁੱਖ ਹੁੰਦਾ ਹੈ ਜਦੋਂ ਸਿਆਸਤ 'ਚ ਆ ਕੇ ਲੋਕ ਬੇਸ਼ੁਮਾਰ ਜ਼ਮੀਨ ਜਾਇਦਾਦ ਬਣਾ ਲੈਂਦੇ ਹਨ। ਸਰਦਾਰ ਕਰਮਜੀਤ ਸਿੰਘ ਗਰੇਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਉਹਨਾਂ ਦੇ ਪਰਿਵਾਰ ਵੱਲੋਂ ਇਹ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਮਾਤਾ ਰਣਜੀਤ ਕੌਰ ਗਰੇਵਾਲ, ਮਾਤਾ ਗਿਆਨਪ੍ਰੀਤ ਕੌਰ ਗਰੇਵਾਲ, ਹੁਸਨਪ੍ਰੀਤ ਕੌਰ ਚਾਹਲ, ਸਰਮਨ ਗਰੇਵਾਲ, ਹਿੰਮਤ ਗਰੇਵਾਲ, ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਕਾਂਗਰਸ ਦੇ ਸੂਬਾ ਜਨਰਲ ਸਕੱਤਰ ਵਿਕਰਮ ਸਿੰਘ ਬਾਜਵਾ, ਇੰਸਪੈਕਟਰ ਹਰਵੰਸ ਸਿੰਘ, ਜੋਗਿੰਦਰ ਸਿੰਘ ਥਾਣੇਦਾਰ, ਚੇਅਰਮੈਨ ਬਲਬੀਰ ਸਿੰਘ ਬੁੱਢੇਵਾਲ, ਸ਼ੰਮੀ ਮਾਛੀਵਾੜਾ, ਬਰਿੰਦਰ ਸਿੰਘ ਨਾਗਰਾ, ਰਣਜੀਤ ਸਿੰਘ, ਤਾਰਾ ਸਿੰਘ ਸੈਕਟਰੀ, ਬਾਬਾ ਬਲਦੇਵ ਸਿੰਘ, ਪ੍ਰਿਤਪਾਲ ਸਿੰਘ ਗਰੇਵਾਲ, ਹਰਜੀਤ ਸਿੰਘ ਗਰੇਵਾਲ, ਦਲਜੀਤ ਸਿੰਘ ਗਰੇਵਾਲ, ਹਰਵੰਸ ਸਿੰਘ ਲਾਟੀ, ਪੱਪਾ ਗਿੱਲ, ਨਿਰਮਲ ਸਿੰਘ ਨਿੰਮਾ, ਸੰਦੀਪ ਸਿੰਘ ਸਰਪੰਚ, ਸਾਬਕਾ ਸਰਪੰਚ ਇੰਦਰਜੀਤ ਸਿੰਘ ਸੋਮਲ, ਸਰਬਜੀਤ ਸਿੰਘ ਖਾਲਸਾ, ਜਗਤਾਰ ਸਿੰਘ ਗਰੇਵਾਲ, ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ ਸਿੱਧੂ, ਮਲਕੀਤ ਆਲਮ, ਬਲਵਿੰਦਰ ਸਿੰਘ ਤਾਜਪੁਰੀ, ਰਿਸ਼ਪਾਲ ਸਿੰਘ ਪੀਏ, ਮਾਸਟਰ ਸੋਹਣ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ ਚੱਜ, ਬਰਿੰਦਰ ਸਿੰਘ ਰੰਧਾਵਾ, ਪੱਤਰਕਾਰ ਭਾਈਚਾਰਾ, ਡੇਰਾ ਟੱਕੀ ਸਾਹਿਬ ਦੀ ਸੰਗਤ, ਮਨਰੇਗਾ ਵਰਕਰ ਅਤੇ ਵੱਡੀ ਗਿਣਤੀ 'ਚ ਇਲਾਕੇ ਦੇ ਮੋਹਤਵਰ ਵੀ ਹਾਜ਼ਰ ਸਨ। ਧਰਮ ਜਿਹੜੀ ਚੀਜ਼ ਹੈ ਇਹ ਪੈਸੇ ਦੀ ਨਹੀਂ ਹੈ। ਇਸ ਕਰਕੇ ਜਿਵੇਂ ਜਿਵੇਂ ਤੁਹਾਡੇ ਕੋਲ ਪੈਸਾ ਵੱਧਦਾ ਹੈ, ਜੇ ਤੁਹਾਡੀ ਮਨੋਵਿਰਤੀ ਦਿਸ਼ਾ ਸਹੀ ਨਹੀਂ ਹੈ, ਪੈਸੇ ਦੀ ਵੇਗ ਸਹੀ ਨਹੀਂ ਹੈ ਤੁਹਾਡਾ ਪੈਸੇ ਦਾ, ਤਾਂ ਤੁਹਾਨੂੰ ਉਹ ਵਾਸ਼ਨਾਵਾਂ ਵਿੱਚ ਤੇ ਕਾਮਨਾਵਾਂ ਵਿੱਚ ਤੇ ਨਰਕ 'ਚ ਲੈ ਕੇ ਇੱਕ ਸਿੱਖ ਦੇ ਕੋਲ 100 ਰੁਪਇਆ ਕਿਸੇ ਬੰਦੇ ਕੋਲ ਆਇਆ, ਦੋ ਬੰਦੇ ਕਮਾਈ ਕਰਕੇ ਆਉਂਦੇ ਆ, ਉਹਨਾਂ ਕੋਲ 100 ਰੁਪਇਆ ਆਇਆ। ਇੱਕ ਬੰਦੇ ਨੇ ਕੀ ਕੀਤਾ ਵੀ ਉਹਨੇ ਸ਼ਾਮ ਨੂੰ ਗ੍ਰੰਥੀ ਸਿੰਘ ਕੋਲੇ ਗਿਆ ਵੀ 100 ਰੁਪਇਆ ਬਾਬਾ ਜੀ ਮੇਰਾ ਲਾਓ, ਕੱਲ ਨੂੰ ਮੇਰੀ ਕਲਾਹ ਪ੍ਰਸ਼ਾਦੀ ਦੇ ਬਣਾ ਕੇ ਦਾਸ ਕਰ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰ। ਗ੍ਰੰਥੀ ਸਿੰਘ ਨੇ 100 ਰੁਪਇਆ ਦੀ ਕਲਾਹ ਪ੍ਰਸ਼ਾਦ ਦੇ ਬਣਾਈ, ਸਵੇਰੇ ਅਰਦਾਸ ਹੋਈ, ਮਹਾਰਾਜ ਦੀ ਕਿਰਪਾ ਕਰ, ਮਿਹਰ ਕਰ, ਨਾਮ ਦੀ ਦਾਤ ਬਖਸ਼, ਤੰਦਰੁਸਤੀ ਬਖਸ਼, ਸਿੱਧੇ ਰਸਤੇ ਪਾ ਪਰਿਵਾਰ 100 ਤਰ੍ਹਾਂ ਦੀ ਭਾਈ ਜੀ ਨੇ ਦੱਸ ਕਲਾਹ ਪ੍ਰਸ਼ਾਦ ਸ਼ਬਦ ਸੰਗਤ ਕਰੀ। ਦੂਜੇ 100 ਉਹਨੇ 100 ਰੁਪਇਆ ਚੱਕਿਆ ਤੇ ਉਹਨੇ ਸ਼ਰਾਬ ਦੀ ਬੋਤਲ ਲੈ ਆਂਦੀ ਤੇ ਉਹਨੇ ਸੱਜਣ ਨੂੰ ਆਵਾਜ਼ ਮਾਰੀ, ਮਤਲਬ ਨੂੰ ਵਿਆਹ ਮਤਰਾ 100 ਰੁਪਇਆ ਸ਼ਰਾਬ ਦੀ ਬੋਤਲ ਤੇ ਪੀਏ, ਪੀਣ ਲੱਗ ਪਏ।
ਪੀਂਦਿਆਂ ਪੀਂਦਿਆਂ ਕਹਿੰਦਾ ਯਾਰ ਤੂੰ ਮੈਨੂੰ ਉਸ ਦਿਨ ਕੀ ਕਿਹਾ ਸੀ, ਉਹ ਕਹਿੰਦਾ ਮੈਂ ਕਿਹਾ ਸੀ ਉਹ ਕਹਿੰਦਾ ਤੂੰ ਕੌਣ ਹੁੰਦਾ ਕਹਿਣਾ, ਤੂੰ ਕੌਣ ਹੁੰਦਾ, ਤੂੰ ਮੈਂ ਹੋਈ। ਉਹੀ ਜੋ ਸ਼ਰਾਬ ਦੀ ਬੋਤਲ ਪੀਂਦਿਆਂ ਪੀਂਦਿਆਂ ਸ਼ਰਾਬ ਦੀ ਖਾਲੀ ਬੋਤਲ ਨੇ ਸਿਰ 'ਚ ਮਾਰੀ, ਬੰਦਾ ਮਰ ਗਿਆ। ਉਹ ਦੂਜੇ ਨੇ ਪੁਲਿਸ ਆਈ, ਪੁਲਿਸ ਫੜ ਕੇ ਲੈ ਗਈ। ਹੁਣ ਰੁਪਈਆ 100 ਹੀ ਹੈ। ਇਹਨੂੰ ਵਿਦਵਾਨਾਂ ਨੇ ਕਹਿੰਦੇ ਮਾਇਆ ਦੋ ਪ੍ਰਕਾਰ ਕੀ, ਦੋਏ ਚਲਾਏ ਰਾਹ, ਇੱਕ ਪਹੁੰਚਾਵੇ ਨਰਕ ਨੂੰ, ਇੱਕ ਸਵਰਗ ਲੈ ਜਾ। ਮਾਇਆ ਕਮਾਉਣੀ ਕੋਈ ਔਖੀ ਨਹੀਂ ਦੁਨੀਆ 'ਚ, ਇਹ ਖਿਆਲ ਰੱਖੋ। ਮਾਇਆ ਕਮਾਉਣੀ ਕੋਈ ਔਖੀ ਨਹੀਂ, ਸਭ ਦੁਨੀਆ ਮਾਇਆ ਕਮਾਉਂਦੀ ਹੈ। ਇੱਕ ਮਜ਼ਦੂਰ ਲੁਧਿਆਣਾ ਸ਼ਹਿਰ ਹੈ ਤੁਹਾਡਾ, 500 ਰੁਪਏ ਤੋਂ ਘੱਟ ਦਿਹਾੜੀ ਨਹੀਂ ਲੈਂਦਾ ਕੋਈ, ਲੇਕਿਨ 500 ਰੁਪਇਆ ਦਿਹਾੜੀ ਦਾ ਕਮਾ ਕੇ ਸ਼ਾਮ ਨੂੰ 350 ਦੀ ਸ਼ਰਾਬ ਲਿਆ, ਉਹਦਾ ਸਾਰੇ ਟੱਬਰ ਨੂੰ 150 ਦਿੰਦਾ ਹੈ। 350 ਕੱਲੇ ਨਹੀਂ। ਮਾਇਆ ਕਮਾਉਣੀ ਦੁਨੀਆ 'ਚ ਤੁਸੀਂ ਦੇਖ ਲਓ, ਮਾਇਆ ਬਹੁਤ ਲੋਕਾਂ ਨੇ ਕਮਾਈ ਹੈ, ਲੇਕਿਨ ਮਾਇਆ ਕਮਾਉਣ ਨਾਲੋਂ ਮਾਇਆ ਸਾਂਭਣੀ ਸਭ ਤੋਂ ਵੱਧ ਔਖੀ ਹੈ। ਮਾਇਆ ਸਾਂਭ ਹਰ ਬੰਦਾ ਨਹੀਂ ਸਕਦਾ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ, ਜੇ ਤੁਹਾਡੇ ਕੋਲ ਮਾਇਆ ਵੱਧਦੀ ਹੈ, ਇਹ ਅਮੀਰ ਇਲਾਕਾ ਹੈ, ਮਾਇਆ ਵੱਧ ਰਹੀ ਹੈ, ਲੇਕਿਨ ਜੇ ਮਾਇਆ ਵੱਧ ਰਹੀ ਹੈ ਤੇ ਨਾਲ ਨਾਲ ਤੁਹਾਡੇ ਹਿਰਦੇ 'ਚ ਧਰਮ ਵਧਣਾ ਚਾਹੀਦਾ ਹੈ। ਜੇ ਮਾਇਆ ਦੇ ਨਾਲ ਧਰਮ ਨਹੀਂ ਵਧਿਆ ਤੇ ਉਹ ਮਾਇਆ ਨਰਕ ਦਾ ਸਬਬ ਬਣ ਚੁੱਕੀ। ਜੇ ਧਰਮ ਵੱਧ ਗਿਆ, ਮਾਇਆ ਮਾੜੀ ਨਹੀਂ, ਮਾਇਆ ਬਹੁਤ ਚੁੱਕੀ ਹੈ। ਆਹੀ ਲੱਖ ਰੁਪਈਆ ਅਸੀਂ ਡਾਂਸਰਾਂ ਨੂੰ ਸੱਦ ਕੇ, ਜਿੱਥੇ ਲੱਖ ਰੁਪਈਏ ਦਾ ਲੰਗਰ ਲਾਇਆ ਤੇ 2.5-3 ਲੱਖ ਰੁਪਈਆ ਵੀ ਖਰਚ ਸਕਦੇ ਹਾਂ। ਡਾਂਸਰਾਂ ਸੱਦੋ, ਰੌਣਕ ਮੇਲਾ ਵੀ ਵੱਧ ਹੋਊਗਾ, ਸ਼ਰਾਬ ਵੀ ਵੱਧ ਚੱਲੂਗੀ, ਖਰਚਾ ਵੀ ਵੱਧ ਹੋਊਗਾ, ਰੌਲਾ ਵੀ ਜ਼ਿਆਦਾ ਹੋਊਗਾ। ਲੇਕਿਨ ਜੇ ਤੁਸੀਂ ਇਸੇ ਪੈਸੇ ਨਾਲ ਤੁਸੀਂ ਲੰਗਰ ਲਾਤਾ ਹੈ, ਗਰੀਬਾਂ ਨੂੰ ਖਵਾਤਾ ਹੈ, ਕਿਸੇ ਨੂੰ ਪੁੰਨ ਦਾਨ ਕਰਤਾ ਹੈ, ਤੇ ਉਹ ਤੁਸੀਂ ਬੀਜ ਗਏ। ਉਹ ਜਿਹੜਾ ਤੁਹਾਡਾ ਧਨ ਹੈ, ਪੈਸਾ ਹੈ, ਉਹ ਇਹ ਖੜੀ ਹੋ ਹੈ। ਇਸ ਕਰਕੇ ਜਿੱਥੇ ਜਿੱਥੇ ਅਰਥ ਵੱਧਦਾ ਹੈ, ਉੱਥੇ ਉੱਥੇ ਨਾਲ ਬੰਦੇ ਦੇ ਅੰਦਰ ਧਰਮ ਵਧਣਾ ਚਾਹੀਦਾ ਹੈ। ਅੱਜ ਸਾਡੀ ਮੁਸ਼ਕਲ ਕਿੱਥੇ ਆ ਰਹੀ ਹੈ, ਖਿਆਲ ਰੱਖੋ। ਸਾਡੇ ਨਾਲ ਦੀ ਜਿਹੜੀ 40 ਤੋਂ ਉੱਪਰਲੀ ਪੀੜ੍ਹੀ ਹੈ, ਉਹਨਾਂ ਦੇ ਅੰਦਰ ਮਾਂ ਪਿਓ ਨੇ ਕੋਈ ਸੰਸਕਾਰ ਪਾਏ ਹੋਏ ਹੈ, ਉਹਨਾਂ ਦੇ ਅੰਦਰ ਭਾਵਨਾਵਾਂ ਧਰਮ ਦੀ ਬਣੀ ਹੋਈ ਹੈ। ਲੇਕਿਨ ਜਿਹੜੀ ਨਵੀਂ ਪੀੜ੍ਹੀ ਪੈਦਾ ਹੋ ਰਹੀ ਹੈ, ਉਹਨੂੰ ਸਾਂਭਣਾ ਸਾਡੀ ਸਭ ਤੋਂ ਵੱਡੀ ਜ਼ਰੂਰਤ ਹੈ। ਜੇ ਅਸੀਂ ਉਹ ਇਸ ਸਮੇਂ ਉਸ ਆਪਣੀ ਨੌਜਵਾਨ ਪੀੜ੍ਹੀ ਨੂੰ ਸਾਂਭ ਨਾ ਸਕੇ ਤਾਂ ਖਿਆਲ ਰੱਖੋ ਸਾਡੀ ਸਾਰੀ ਦੀ ਸਾਰੀ ਜਿਹੜੀ ਕੌਮ ਹੈ ਉਹ ਅਰਥ ਦੇ ਵਿੱਚ ਵੜ ਕੇ ਤੇ ਵਾਸ਼ਨਾਵਾਂ ਦੇ ਵਿੱਚ ਵੜ ਜੂਗੀ, ਨਰਕਾਂ ਨੂੰ ਜਾਣ ਦੇਗੀ। ਇਸ ਕਰਕੇ ਜਿਵੇਂ ਜਿਵੇਂ ਅਰਥ ਵਧੇ ਉਵੇਂ ਉਵੇਂ ਧਰਮ ਵਧੇ, ਜਿਵੇਂ ਜਿਵੇਂ ਧਰਮ ਵਧੂਗਾ, ਧਰਮ ਦਾ ਅਗਲਾ ਰਸਤਾ ਕੀ ਹੈ? ਧਰਮ ਦੇ ਵਿੱਚੋਂ ਮੋਕਸ਼ ਨਿਕਲਦੀ ਹੈ, ਮੁਕਤੀ ਨਿਕਲਦੀ ਹੈ। ਜਿਹੜਾ ਬੰਦਾ ਧਰਮੀ ਹੋਊਗਾ ਉਹ ਮੁਕਤ ਹੋਊਗਾ। ਜਿਹੜਾ ਮੁਕਤ ਹੋਊਗਾ ਉਹਦਾ ਅੰਤ ਸਮਾਂ ਜਿਹੜਾ ਹੈ ਉਹ ਗੁਰੂ ਨਾਨਕ ਦੇ ਚਰਨਾਂ 'ਚ ਚੱਲਦਾ ਹੈ। ਸਿੱਖ ਧਰਮ ਨੇ ਮੁਕਤੀ ਜਿਹੜੀ ਹੈ ਉਹ ਕੋਈ ਕਲਪਨਾਤਮਕ ਚੀਜ਼ ਨਹੀਂ ਮੰਨੀ ਕਿ ਮੁਕਤੀ ਕੋਈ ਕਲਪਨਾ ਹੈ ਤੇ ਜਦੋਂ ਮਰਨ ਤੋਂ ਬਾਅਦ ਮੁਕਤੀ ਹੋਊਗੀ। ਸਿੱਖ ਧਰਮ ਦੇ ਵਿੱਚ ਜਿਹੜੀ ਮੁਕਤੀ ਹੈ, ਹੁਣ ਇਹ ਸੰਸਕਾਰ ਹੀ ਹੈ ਨਾ। ਜੇ ਬੱਚਿਆਂ ਦੇ ਸੰਸਕਾਰ ਪਾਏ ਜਾਣ, ਬੱਚਿਆਂ ਨੂੰ ਦੱਸਿਆ ਜਾਵੇ ਕਿ ਗੁਰੂ ਕੀ ਹੁੰਦਾ ਹੈ ਤੇ ਗੁਰੂ ਦੇ ਕੋਲ ਕਿਵੇਂ ਜਾਈਦਾ ਹੈ, ਤੇ ਫਿਰ ਇਹ ਮੁਸ਼ਕਲ ਨਹੀਂ ਸੀ ਹੁੰਦੀ। ਇਹ ਕਈ ਕਹਿੰਦੇ ਕਿ ਬੱਚੇ ਵਿਗੜੇ, ਮਾਂ ਬਾਪ ਨਾ ਬੱਚਿਆਂ ਦਾ ਬਹੁਤ ਤਰਸ ਸੁਣ ਰਹੀ ਹੈ। ਅੱਜ ਸਾਡੇ ਮਾਂ ਪਿਓ ਦੇ ਲੋਕ ਸੁਣ ਜਾਂਦੇ, ਅਸੀਂ ਆਪਣੇ ਬੱਚਿਆਂ ਨੂੰ ਸਿਖਾਈ ਕੁਝ ਨਹੀਂ ਸਕਦੇ। ਇਹ ਮਾਂ ਪਿਓ ਨੇ ਹਰ ਨਾਨਕ ਸਿਮਤ ਏਕ ਰਾਮ ਕਲੀ ਮਹਲਾ ਤੀਜਾ ਅਨੰਦ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪੈਰਾ
ਦਰਬਾਰ ਕਰਨਾ ਤਨ कोई न जाने तुमरायम तुझे भगवंत सरस्वती तुम्हारे सुनाई तुमसे हो सुभाग्यकारी तुम्हारी बात नित तुम्ही जानी नानक दास सुधा कुर्बानी तुझा दास हमारी जीरो पिंड सब तेरा कहो नानक सब तेरी वड्याई
तू लगा जाके प्रभा का दास दुर्गा तुम अरदास तू भावत पाने रास एक ओंकार वाहिगुरु जी की फतेह। श्री भगवती जी साहिबान श्री भगवती जी की पातशाही समेत प्रथम भगवती सिमर कै गुरु नानक ने ध्याई फिर अंगद गुरु ते अमरदास रामदास सिंह सहाय अर्जन हर गोबिंद नो सुमरो श्री हर राय श्री हर कृष्ण ध्याई है जस्ट ठेरी सब जाए तेग बहादुर सिमरिया करनो दया वे सब तैं हुई सहाय। दसवें पातशाह श्री गुरु गोबिंद सिंह साहिब जी सब तैं हुई सहाय। दसां पातशाहियां दी जोत धन धन श्री गुरु ग्रंथ साहिब जी दे पाठ दीदार दा ध्यान करके बोलो जी वाह। पंजाब प्यारियां चौहां साहिबजादियां चालियां मुक्तियां कठियां जपियां तपियां जिन्हां नाम जपिया कर सकिया देख चलाई ते वाही देख के अलग कितना तना प्यारियां सच्चेरियां दी कमाई का ध्यान करके बोलो जी वाहिगुरू। जिन्हां सिंघां सिंघणियां दे धागे सिर ते बंद बंद कटाए कोपियां भाईयां चरखियां ते चले आरे नाल जी आए गए गुरुद्वारे दी सेवा लई कुर्बानियां कीतियां धर्म नहीं हारिया सिखी के सांस वसा नाल रहा तेना समूह संगा शहीदां दी पवित्र कमाई का ध्यान करके खालसा जी बोलो जी वाहिगुरू। पंजाब तक का सर्वत गुरुद्वारे का ध्यान करके खालसा जी बोलो जी वाहिगुरू। प्रथम सर्वत खालसा जी की अरदास है सर्वत खालसा जी को वाहिगुरू वाहिगुरू वाहिगुरू। चित आवे का सबका सब सुख होवे जहाँ जहाँ खालसा साहिब तहाँ तहाँ रचा रियायत देव के फतेह। घर की परिवार की जीत श्री साहिब जी सहाय खालसा जी के बोल वाले बोलो जी वाहिगुरू। बख्शना जी सिखा सिखी दान केस दान रहत दान विवेक दान विसाह दान भरोसा दान दान नस्र दान नाम दान श्री अमृतसर साहिब जी के दर्शन स्नान चौकियां झंडे बोले चुप चुप अटल धर्म का जयकार खालसा जी के बोल वाले बोलो जी वाहिगुरू। सिखा दा मानी मामा तुझे मत पद दे रखे आप अकाल पुरख वाहिगुरू ये अकाल पुरख अपने पंथ के सदा सहायता दी। श्री ननकाना साहिब ते होर गुरुद्वारा में धर्मा दे जन तो पंथ ਨੂੰ ਛੋੜਿਆ ਗਿਆ ਹੈ। ਇਹਨਾਂ ਦੇ ਪੁੱਤੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪੈਰ ਪਾਸੇ ਨੂੰ ਬਖਸ਼ੋ। ਇਹ ਮਾਇਆ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੂੰ ਕਹਿੰਦੇ ਹੋਰ ਸਤਿਗੁਰੂ ਧੰਨ श्री गुरु नानक देव जी महाराज धन धन श्री गुरु गोबिंद सिंह साहिब जी महाराज गद्दी ते विराजमान चावर शतर तख्त ते मार्ग नाम बाणी के बोल कालजुग के जहाज मात पाल के राखे लोक लोक सहक जग की इच्छा पूर्वक सब सुख दाता हर जाके बसे कांते ना धन श्री गुरु ग्रंथ साहिब जी सतगुरु जी आपके दे चरण कमला पास अरदास बेनती लक्ष्य श्यामपाल साहिब सतगुरु मदद करे नेमकी कर नाम दे मेरा मत सिद्ध होए उद्धम मत प्रवे अंतर जामे जो प्रेरित करना दे नाम अनुसार आप ही दौड़ का सड़ा कीता सतगुरु जी दर घर के सेवादार कार्य ज्ञानी सुन सिंह गरीवाल तथा सुन गरीवाल परिवार ने आप ही दौड़ का सड़ा कीता सतगुरु जी बच्चों के विदेश तो आने की खुशी मुख रखते हैं परिवार की सुख शांति देहता तंदुरुस्ती चढ़ती कला वास्ते आप ये बख्शिश दाता का कोटि धन्यवाद करते हैं सब गरीवाल परिवार ने मिलकर के आप ही दौड़ का सड़ा कीता सतगुरु जी और सब लोग आप ही तो आज्ञा लेकर के सेव का दिख रहे कि तुर्की बाणी आई क्या सगली चंद्र जय श्री खंड पर सर्वन कीर्ति सन आप ही कृपा रहम प्रिय दे पहला सतगुरु जी श्री खंड पर सर्व समाप्ति हुई है उपरंत आप ही महान कृपा कीर्ति सतगुरु जी खुले प्रधाना विच संतम दर्शन लेकर निहार कीता है कालजुग में कीर्तन पर धाना गुरु के चपी लाए कहना दे महावाका सार बाबा जी ने सतगुरु गुरु इतिहास कथा कीर्तन विचारों द्वारा संतन निहार कीता है सेवा निभाते हैं सतगुरु सेवक के परिवार को समुची सेवा निभाते हैं सतगुरु दासियां को बाणी पढ़ते सेवा निभाते हैं आज यह भाग्य संकट को हुई भुला चुका दी माफी बख्श करनी बड़ी सुनी के बाणी सत्कर्म परवान करी मोहन का नातों कीर्तन का महात्मा कीर्ति सेवा का फल भाव कृपा करी ज्ञानी सुन सिंह गरीबाल सिंह परिवार को चढ़ती कर करना देह रोता परिवार को गुरसिखी जीवन नाम की बात अमृत वेले जागने देशों विदेशों में चर्चा करनी और वाला समय खुशियों का व्यतीत करवाना कृपा करनी यही करे हाथ रखे देह रोता तंदुरुस्ती बख्श करनी है आप ही कृपा करी सतगुरु गुरु के स्वागत आप ही से यही करे हाथ रखे सीधा करवाते रहना चढ़ती कला बख्श करनी सतगुरु जी आप ही बख्शे बिठारा बच्चों आप ही भी अंदर पंचा कड़ा प्रसाद प्रसाद हाजिर है आपके दर
समान हुए अनक प्रकार भुलन वफिए बहु निष्ठाए कई 5 साल सोच पुत्रान नाम धोखा रह आप की हुई अंदर प्रवान में प्रवान है प्रसादा ते कड़ा प्रसाद संत विच प्रताप दिया क्या हुए जो शक वाहिगुरु 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 जपे कला कुदरत वाहिगुरु जी की वर्ते आया संगत की हालत का प्रवान करने की तेरपुर पिटावा प्रवान करने संगत चले हुए कर्म कर लिखी रवा सब नु धर्म सिखी जीवन नाम दी दात परिवार व सुख शांति चढ़ती कला दे दान बख्श करने अति विच्छे पड़े अनंत सहज की अरदास अखर बाता घाटा भुल चुक माफ करने करो कृपा सतगुरु जी समाप्ति के हुक्म नामा सब बख्श के संतान निहाल करो सही करेंगे जिना मिले आप जी दा नाम जपे आवा नानक नाम चढ़ती कला वाहिगुरु जी का खालसा वाहिगुरु जी की फतेह दोहरा गया पल काल के सात सचन को कमागा गुरु ग्रंथ जी मानियो गुरु ग्रंथ को निर्गुण है राय करेगा खालसा ज्ञान हुई सन लेंगे वाहिगुरु नाम जहाज है जो श्रद्धा कर से मदे जो श्रद्धा कर से मदे मुझे सोया वाहिगुरु जी का खालसा बेनती करांगा साडे हलके दे MLA साहब सत्कारयोग सरदार शरणजीत सिंह जी ढिल्लों समेत परिवार इत्थे हाजरी भर लई पुजे ने सो वो 2-4 मिनट लई अपने विचार ने जिहड़े ये परिवार नाल उन्हां दा परिवारक रिश्ता है वो अपने विचार साझे करनगे। उस तो बाद मैं बेनती करांगा साडे बच्चे जो कि रात ही अमरीका तो आए ने भाई जोगिंदर सिंह जी करमजीत दे सपुत्र ते ज्ञानी सोहन सिंह जी दे पोतरे वो सारी संगत का धन्यवाद करनगे। आओ मैं बेनती करांगा पहला सरदार शरणजीत सिंह जी ढिल्लों उस परमात्मा का नाम जपते हुए परमात्मा में तो हमेशा बख्शिश करता है। जिस तरीके के नाल ज्ञानी सोहन सिंह ने अपना जीवन व्यतीत किया तो वही जीवन अपने बच्चों को दिता। आज उसे गली में चलते हुए शुकराना करने वास्ते अमेरिका भी बच्चे हाजिर हुए सोचे रिश्तेदार एकत्र हुए धारणा हरे बच्चे रात ही अमेरिका तो पहुंचे मन के बच्चे धारणा आई कि अपना घरे आके इधर उधर रिश्तेदारियों के मित्रों दोस्तों जान तो पहले इन्होंने परमात्मा के नाल जोड़ी बच्चों के मन में भी सी ये बहुत मैं समझा उच्ची ते सच्ची समझ का नतीजा इत्थे बस नहीं अपने नगर के अपने समुचे नगर में रह के जिस तरीके इन्होंने गुरुद्वारा साहब की सेवा करवाई ये भी साडे इस इलाके की बहुत बड़ी एक उदाहरण है। जिथे धर्म की गल आती है गुरु ग्रंथ साहब की गल आती है ये परिवार ने कदे पैसे वाली देखा हमेशा अपने आप को अर्पण करने की कोशिश की है और इसे करके ये परिवार इतने भी बहुत चंगी तरह
ਵੈਲਸਰ ਤੇ ਉਹਨਾਂ ਦੇ ਪੋਤਰੇ ਵੀ ਅਮਰੀਕਾ ਦੇ ਵਿੱਚ ਬਲੰਦੀਆਂ ਦੇ ਵਿੱਚ ਰਹਿ ਰਹੇ। ਇਹ ਸਾਰਾ ਕੁਝ ਪਰਮਾਤਮਾ ਦੀ ਬਖਸ਼ਿਸ਼ ਹੈ। ਸੋ ਮੈਂ ਬਹੁਤਾ ਜ਼ਿਆਦਾ ਵਿਸਤਾਰ ਚ ਨਾ ਜਾਂਦਾ ਕਿਉਂਕਿ ਮੇਰਾ ਤੇ ਆਪਣਾ ਨਿੱਜੀ ਪਰਿਵਾਰ ਹੈ। ਬਹੁਤ ਕੁਝ ਇਹਨਾਂ ਦੇ ਕੋਲ ਸਿੱਖਣ ਨੂੰ ਮੈਨੂੰ ਮਿਲਿਆ। ਗੁਰੂ ਮਹਾਰਾਜ ਨੇ ਇਹੀ ਅਰਜ਼ੋਈ ਕਰਦਾ ਕਿ हे ਸੱਚੇ ਵਾਹਿਗੁਰੂ ਇਸ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਓ। ਇਸੇ ਤਰੀਕੇ ਦੇ ਨਾਲ ਆਪਣੇ ਦੇਸ਼ ਤੇ ਕੌਮ ਦੀ ਵੱਧ ਚੜ੍ਹ ਕੇ ਸੇਵਾ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਲਾਕੇ ਦੇ ਪਤਵੰਤੇ ਸੱਜਣ ਬੁੱਗਾ ਮਸਤਮਾਨਾ ਦਾਨਵਾ ਸਾਹਿਬ ਤੋਂ ਸੰਤ ਬਾਬਾ ਕਾਕਾ ਸਿੰਘ ਜੀ ਤੇ ਉਹਨਾਂ ਦੇ ਨਾਲ ਆਏ ਸੰਗਤ, ਸਾਡੇ ਜਰਨਲਿਸਟ ਭਰਾ ਵੀ ਇੱਥੇ ਪਹੁੰਚੇ ਨੇ। ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਦਿੱਤੇ ਹੋਏ ਪਿਆਰ ਭਰੇ ਸੱਦੇ ਦੇ ਉੱਤੇ ਇੱਥੇ ਪਹੁੰਚੇ। ਤੇ ਇੱਕ ਗੱਲ ਮੈਨੂੰ ਵੀ ਥੋੜੀ ਚੇਤੇ ਆ ਗਈ, ਜੋ ਸਾਰੇ ਗੱਲ ਕਰਦੇ ਨੇ ਤੇ ਕਈ ਵਾਰ ਅਖਬਾਰਾਂ ਦੇ ਵਿੱਚ ਲਿਖਿਆ ਹੁੰਦਾ ਸਮਾਜ ਸੇਵੀ ਸਰਦਾਰ ਕਰਮਜੀਤ ਸਿੰਘ ਗਰੇਵਾਲ, ਬੜਾ ਮਾਣ ਮਹਿਸੂਸ ਹੁੰਦਾ। ਸੋ ਮੇਰੇ ਖਿਆਲ ਨਾਲ ਸਾਡਾ ਪਰਿਵਾਰ ਸਮਾਜ ਸੇਵੀ, ਇਹ ਬੜੀ ਮੇਰੇ ਲਈ ਫਖਰ ਵਾਲੀ ਗੱਲ ਹੈ। ਤੇ ਪਹਿਲਾਂ ਮੇਰੇ ਦਾਦਾ ਜੀ, ਮੇਰੇ ਫਾਦਰ ਸਾਹਿਬ, ਮੈਂ ਵੀ ਕੋਸ਼ਿਸ਼ ਕਰਦਾ ਕਿਵੇਂ ਨਾ ਕਿਵੇਂ ਆਪਣੀ ਕਮਿਊਨਿਟੀ ਦੇ ਵਿੱਚ ਹਿੱਸਾ ਪਾਉਣਾ, ਚਾਹੇ ਉਹ ਇੱਥੇ ਹੋਵੇ, ਚਾਹੇ ਉਹ ਅਮਰੀਕਾ ਹੋਵੇ, ਚਾਹੇ ਕੈਨੇਡਾ ਹੋਵੇ। ਅਸੀਂ ਉੱਥੇ ਸਮਾਜਿਕ ਕੰਮ ਕਰਨ ਦੀ ਬਹੁਤ ਕੋਸ਼ਿਸ਼ ਕਰਦੇ ਹਾਂ। ਤੇ ਅੱਜ ਦਾ ਜਿਹੜਾ ਇਹ ਅਖੰਡ ਪਾਠ ਹੈ, ਇਹ ਇਕੱਲਾ ਸਾਡੇ ਆਉਣ ਦੀ ਖੁਸ਼ੀ 'ਚ ਨਹੀਂ ਸੀਗਾ। ਆਪਣੇ ਜਿਹੜੇ ਕਿਸਾਨ ਭਰਾ ਉੱਥੋਂ ਵਾਪਸ ਆਏ ਆ, ਇਹਨਾਂ ਦੀ ਵੀ ਸਾਨੂੰ ਖੁਸ਼ੀ ਸੀ। ਤੇ ਮੈਂ ਫਾਦਰ ਸਾਹਿਬ ਨੂੰ ਕਿਹਾ ਸੀ ਕਿ ਆਪਾਂ ਉਹਦਾ ਵੀ ਸ਼ੁਕਰਾਨਾ ਕਰਨਾ ਪਰਮਾਤਮਾ ਦਾ ਕਿ ਸਾਡੀਆਂ ਮੰਗਾਂ ਮੰਨੀਆਂ ਗਈਆਂ। ਤੇ ਆਪਣੇ ਜਿਵੇਂ ਅਸੀਂ ਬੜੇ ਪ੍ਰਾਊਡਲੀ ਕਹਿੰਦੇ ਆ ਸਨ ਆਫ ਫਾਰਮਰ, ਤੇ ਜੋ ਫਾਰਮਰ ਹੀ ਨਾ ਰਹਿੰਦੇ ਤਾਂ ਸਾਡਾ ਇਹ ਪ੍ਰਾਊਡ ਖਤਮ ਹੋ ਜਾਣਾ ਸੀਗਾ। ਪਰ ਸਾਡੇ ਜਿਹੜੇ ਪੰਜਾਬੀਆਂ ਨੇ ਉੱਥੇ ਜਾ ਕੇ ਡੇਰੇ ਲਾ ਦਿੱਤੇ ਤੇ ਇਸ ਸਰਕਾਰ ਨੂੰ ਝੁਕਣਾ ਪਿਆ ਤੇ ਸਾਡੀਆਂ ਮੰਗਾਂ ਮੰਗਣੀਆਂ ਪਈਆਂ। ਤੇ ਬਹੁਤ ਬਹੁਤ ਧੰਨਵਾਦ ਉਹਨਾਂ ਸਾਰਿਆਂ ਫਾਰਮਰਸ ਦਾ, ਤੇ ਜਿਹੜੇ ਉੱਥੇ ਸ਼ਹਾਦਤ ਪਾਈ ਆ ਸਾਸਤ ਉੱਤੇ, ਉਹਨਾਂ ਦਾ ਵੀ ਸਾਨੂੰ ਬੜਾ ਦੁੱਖ ਆ। ਪਰ ਸ਼ਾਇਦ ਇਹਨਾਂ ਸ਼ਹਾਦਤਾਂ ਦੀ ਲੋੜ ਪੈਂਦੀ ਆ ਜਦੋਂ ਕੋਈ ਜੰਗ ਜਿੱਤਣੀ ਹੋਵੇ, ਤੇ ਉਹਨਾਂ ਸ਼ਹਾਦਤਾਂ ਦੇ ਸਿਰ ਤੇ ਆਪਾਂ ਇਹ ਜੰਗ ਜਿੱਤੀ ਆ। ਸੋ ਇੱਕ ਵਾਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਇਹ ਬਹੁਤ ਹੀ ਵਧੀਆ ਨਾਰਾ ਸੀਗਾ ਜਿਹਨੇ ਇੱਥੇ ਤੱਕ ਲੈ ਕੇ ਆਂਦਾ। ਤੇ ਪਿੱਛੇ ਜੇ ਇੱਕ ਗੱਲ ਹੋਰ, ਮੇਰੇ ਤੱਕ ਅਮਰੀਕਾ ਗੱਲ ਪਹੁੰਚ ਗਈ, ਇੱਥੇ ਵੀ ਪਹੁੰਚੀ ਹੋਣੀ ਆ, ਕਹਿੰਦੇ ਇਲੈਕਸ਼ਨ ਲੜਨਾ। ਤੇ ਮੈਨੂੰ ਲੱਗਦਾ ਕਿ ਸਾਡੇ ਕੋਲ ਉਹ ਲੀਡਰ ਹੈਗਾ ਜਿਹੜਾ ਆਪਦੇ ਦਿਲ ਦੇ ਵਿੱਚ ਇਸ ਇਲਾਕੇ ਦਾ ਦਰਦ ਰੱਖਦਾ, ਸਰਦਾਰ ਸ਼ਰਮਜੀਤ ਸਿੰਘ ਢਿੱਲੋਂ। ਸੋ ਜਿੰਨਾ ਚਿਰ ਇਹ ਸਾਡੇ ਇਲਾਕੇ ਦੀ ਸੇਵਾ ਕਰਦੇ ਆ, ਮੈਨੂੰ ਨਹੀਂ ਲੱਗਦਾ ਆਪਾਂ ਨੂੰ ਕਿਸੇ ਵੀ ਹੋਰ ਲੀਡਰ ਦੀ ਲੋੜ ਆ। ਸੋ ਥੈਂਕ ਯੂ ਅੰਕਲ, ਤੁਸੀਂ ਕਿਸੇ ਵੀ ਇਲਾਕੇ ਦੇ ਵਿੱਚ ਕਿਸੇ ਨੂੰ ਨਿੱਕੀ ਜਿਹੀ ਵੀ ਲੋੜ ਹੋਵੇ ਉੱਥੇ ਪਹੁੰਚੇ ਹੁੰਦੇ ਆ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਆਏ। ਸਭ ਤੋਂ ਵੱਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਨੂੰ ਇਹ ਮੌਕਾ ਪ੍ਰਦਾਨ ਕਰਾਇਆ ਕਿ ਅਸੀਂ ਇੱਥੇ ਅੱਜ ਇਹ ਖੁਸ਼ੀ ਦੇ ਮੌਕੇ ਤੇ ਸਾਰੇ ਤੁਸੀਂ ਆਏ ਹੋ। ਤੇ ਇੰਨਾ ਹੀ ਕੁਝ ਕਹਿੰਦੇ ਹੋਏ ਇੱਕ ਵਾਰ ਫਿਰ ਤੋਂ ਫਤਿਹ, ਗੁਰੂ ਦੀ ਦਿੱਤੀ ਹੋਈ ਫਤਿਹ ਸਾਂਝੇ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।